ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਕਲਾਸ ਵਿੱਚ। ਤਾਂ ਜੀ ਅੱਜ ਆਪਾਂ ਇੰਡੀਆ ਜੀਕੇ ਨਾਲ ਸੰਬੰਧਿਤ ਮਹੱਤਵਪੂਰਨ MCQ ਕਰਾਂਗੇ। ਤਾਂ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਤਾਂ ਇਸਦਾ ਪਾਰਟ ਨੰਬਰ 8 ਲੈ ਕੇ ਆਪਾਂ ਹਾਜ਼ਰ ਹੋਏ ਹਾਂ ਜੀ। ਅਤੇ ਅੱਜ ਦੇ ਜਿੰਨੇ ਵੀ MCQ ਹੋਣਗੇ ਜੀ ਬਹੁਤ ਹੀ ਇੰਪੋਰਟੈਂਟ ਆ ਜੀ, ਧਿਆਨ ਨਾਲ ਸੁਣਨਾ ਜੀ ਤੁਸੀਂ ਸਾਰਿਆਂ ਨੇ, ਨੋਟ ਜ਼ਰੂਰ ਕਰਨੇ ਜੀ ਇਹ। ਤਾਂ ਸ਼ੁਰੂ ਕਰਦੇ ਹਾਂ ਜੀ। ਪਹਿਲੀ ਸ਼ਹਿਰੀ ਸੱਭਿਅਤਾ ਕਿਹੜੀ ਸੀ? ਤਾਂ ਆਪਣਾ ਪਹਿਲਾ ਕੁਐਸਚਨ ਹੈ ਜੀ, ਪਹਿਲੀ ਸ਼ਹਿਰੀ ਸੱਭਿਅਤਾ ਕਿਹੜੀ ਸੀਗੀ ਜੀ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਹੜੱਪਾ ਦੀ ਸੱਭਿਅਤਾ। ਡੀ ਹੋ ਜਾਏਗਾ ਜੀ। ਹੜੱਪਾ ਦੀ ਜੋ ਸੱਭਿਅਤਾ ਸੀਗੀ ਇਹ ਪਹਿਲੀ ਸ਼ਹਿਰੀ ਸੱਭਿਅਤਾ ਸੀਗੀ ਜੀ, ਤੁਸੀਂ ਯਾਦ ਰੱਖਣਾ ਜੀ ਇਹ। ਤਾਂ ਅੱਗੇ ਨੈਕਸਟ ਹੈ ਜੀ, ਸਿੱਧੂ ਘਾਟੀ ਸੱਭਿਅਤਾ ਦਾ ਨਾਮਕਰਨ ਕਿਸ ਨੇ ਕੀਤਾ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਜੋ ਸਿੱਧੂ ਘਾਟੀ ਦੀ ਸੱਭਿਅਤਾ ਦਾ ਨਾਮਕਰਨ ਸੀਗਾ ਜੀ ਇਹ ਜੌਹਨ ਮਾਰਸ਼ਲ ਨੇ ਕੀਤਾ ਸੀ। ਯਾਦ ਰੱਖਣਾ ਜੀ, ਬਹੁਤ ਸਾਰੇ ਬੱਚੇ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਜੀ। ਦਿਆਰਾਮ ਸਾਹਨੀ ਜਾਂ ਰੱਖਦਾਸ ਬੈਨਰਜੀ ਇਸ ਦਾ ਆਨਸਰ ਕਰ ਦਿੰਦੇ ਆ, ਪਰ ਇਸਦਾ ਰਾਈਟ ਆਨਸਰ ਹੋਵੇਗਾ ਜੀ ਜੌਹਨ ਮਾਰਸ਼ਲ। ਇਹਨਾਂ ਨੇ ਨਾਮਕਰਨ ਕੀਤਾ ਸੀਗਾ ਜੀ ਸਿੱਧੂ ਘਾਟੀ ਸੱਭਿਅਤਾ ਦਾ। ਤਾਂ ਅੱਗੇ ਨੈਕਸਟ ਹੈ ਜੀ, ਭਾਰਤ ਦੇ ਪੁਰਾਤੱਤਵ ਸਰਵੇਖਣ ਦੀ ਸਥਾਪਨਾ ਕਦੋਂ ਹੋਈ? ਤਾਂ ਇਹ ਵੀ ਬਹੁਤ ਇੰਪੋਰਟੈਂਟ ਆ ਜੀ, ਇਹ ਵੀ ਪੁੱਛਿਆ ਗਿਆ ਕੁਐਸਚਨ ਹੈ ਜੀ ਬਹੁਤ ਵਾਰ। ਤਾਂ ਜੋ ਭਾਰਤ ਦਾ ਪੁਰਾਤੱਤਵ ਸਰਵੇਖਣ ਸੀਗਾ ਜੀ, ਇਹਦੀ ਸਥਾਪਨਾ 1861 ਈਸਵੀ ਵਿੱਚ ਹੋਈ ਸੀਗੀ। ਯਾਦ ਰੱਖਣਾ ਤੁਸੀਂ 1861 ਇਸਦਾ ਰਾਈਟ ਆਨਸਰ ਹੋਵੇਗਾ। ਤਾਂ ਅੱਗੇ ਨੈਕਸਟ ਹੈ ਜੀ, ਹੜੱਪਾ ਕਿਸ ਨਦੀ ਦੇ ਕੰਢੇ 'ਤੇ ਹੈ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਹੜੱਪਾ ਜੋ ਕਿਹੜੇ ਨਦੀ ਦੇ ਕੰਢੇ 'ਤੇ ਹੈ ਜੀ? ਇਹ ਰਾਵੀ ਨਦੀ ਹੋ ਜਾਊਗਾ ਜੀ, ਰਾਵੀ ਨਦੀ ਦੇ ਕੰਢੇ 'ਤੇ ਹੈ ਹੜੱਪਾ। ਤਾਂ ਇਹ ਵੀ ਯਾਦ ਰੱਖਣਾ ਹੈ ਤੁਸੀਂ। ਤਾਂ ਅੱਗੇ ਨੈਕਸਟ, ਮੋਹਨਜੋਦੜੋ ਦੀ ਖੋਜ ਕਿਸ ਨੇ ਕੀਤੀ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਜੋ ਮੋਹਨਜੋਦੜੋ ਦੀ ਖੋਜ ਸੀਗੀ ਜੀ ਕਿਸ ਨੇ ਕੀਤੀ ਸੀਗੀ ਜੀ? ਤਾਂ ਇਸਦਾ ਰਾਈਟ ਆਨਸਰ ਸੀ ਹੋ ਜਾਏਗਾ ਜੀ ਰੱਖਦਾਸ ਬੈਨਰਜੀ। ਇਹ ਵੀ ਬਹੁਤ ਇੰਪੋਰਟੈਂਟ ਹੈ ਜੀ, ਯਾਦ ਰੱਖਣਾ। ਮੋਹਨਜੋਦੜੋ ਦੀ ਖੋਜ ਰੱਖਦਾਸ ਬੈਨਰਜੀ ਨੇ ਕੀਤੀ ਸੀਗੀ। ਤਾਂ ਅੱਗੇ ਨੈਕਸਟ ਹੈ ਜੀ, ਰਾਖੀਗੜ੍ਹੀ ਭਾਰਤ ਦੇ ਕਿਹੜੇ ਰਾਜ ਵਿੱਚ ਹੈ? ਤਾਂ ਇਸਦਾ ਰਾਈਟ ਆਨਸਰ ਹੋ ਜਾਏਗਾ ਜੀ ਰਾਖੀਗੜ੍ਹੀ ਹੈ ਜੋ ਭਾਰਤ ਦੇ ਕਿਹੜੇ ਸਟੇਟ 'ਚ ਹੈ ਜੀ ਇਹ? ਤਾਂ ਹਰਿਆਣਾ ਇਸਦਾ ਰਾਈਟ ਆਨਸਰ ਹੋਵੇਗਾ ਜੀ, ਹਰਿਆਣਾ ਸਟੇਟ 'ਚ ਹੈ ਜੀ, ਯਾਦ ਰੱਖਣਾ ਤੁਸੀਂ। ਤਾਂ ਅੱਗੇ ਨੈਕਸਟ ਹੈ ਜੀ, ਮ੍ਰਿਤਕਾਂ ਦਾ ਟਿੱਲਾ ਕਿਸ ਨੂੰ ਕਿਹਾ ਜਾਂਦਾ ਹੈ? ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ ਜੀ, ਬਹੁਤ ਵਾਰ ਪੁੱਛਿਆ ਗਿਆ। ਤਾਂ ਮ੍ਰਿਤਕਾਂ ਦਾ ਟਿੱਲਾ ਕਿਸ ਨੂੰ ਕਿਹਾ ਜਾਂਦਾ ਜੀ? ਇਸਦਾ ਰਾਈਟ ਆਨਸਰ ਹੋਵੇਗਾ ਜੀ ਡੀ ਹੋ ਜਾਏਗਾ ਜੀ ਮੋਹਨਜੋਦੜੋ। ਇਸ ਨੂੰ ਮ੍ਰਿਤਕਾਂ ਦਾ ਟਿੱਲਾ ਜਾਂ ਮੁਰਦਿਆਂ ਦਾ ਟਿੱਲਾ ਕਿਹਾ ਜਾਂਦਾ ਹੈ। ਇਹ ਬਹੁਤ ਵਾਰ ਪੁੱਛਿਆ ਗਿਆ ਜੀ, ਯਾਦ ਰੱਖਣਾ ਤੁਸੀਂ, ਬਹੁਤ ਇੰਪੋਰਟੈਂਟ ਹੈ ਜੀ ਇਹ। ਤਾਂ ਅੱਗੇ ਨੈਕਸਟ, ਕਾਂਸਾ ਕਿਹੜੀ ਦੋ ਧਾਤਾਂ ਤੋਂ ਮਿਲ ਕੇ ਬਣਿਆ ਹੈ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਕਾਂਸਾ ਕਿਹੜੀਆਂ ਦੋ ਧਾਤਾਂ ਜੀ ਇਹਨਾਂ ਤੋਂ ਮਿਲ ਕੇ ਬਣਿਆ? ਤਾਂ ਇਹ ਹੋ ਜਾਏਗਾ ਜੀ ਤਾਂਬਾ ਅਤੇ ਟਿਨ। ਤਾਂਬਾ ਅਤੇ ਟਿਨ ਤੋਂ ਮਿਲ ਕੇ ਕਾਂਸਾ ਬਣਿਆ ਜੀ, ਯਾਦ ਰੱਖਣਾ। ਤਾਂ ਕਾਂਸਾ, ਤਾਂਬਾ ਅਤੇ ਟਿਨ ਇਸਦਾ ਰਾਈਟ ਆਨਸਰ ਹੋਵੇਗਾ ਜੀ। ਅੱਗੇ ਨੈਕਸਟ ਹੈ ਜੀ, ਆਜ਼ਾਦੀ ਤੋਂ ਬਾਅਦ ਖੁਦਾਈ ਕੀਤਾ ਗਿਆ ਪਹਿਲਾ ਹੜੱਪਾ ਸਥਾਨ ਕਿਹੜਾ ਹੈ? ਤਾਂ ਇਹਦਾ ਰਾਈਟ ਆਨਸਰ ਹੋਵੇਗਾ ਜੀ ਆਜ਼ਾਦੀ ਤੋਂ ਬਾਅਦ ਜੋ ਖੁਦਾਈ ਕੀਤਾ ਗਿਆ ਪਹਿਲਾ ਹੜੱਪਾ ਸਥਾਨ ਹੈ ਇਹ ਇਹਦਾ ਸੀ ਹੋ ਜਾਏਗਾ ਜੀ ਸਹੀ ਆਨਸਰ। ਰੋਪੜ ਹੋ ਜਾਏਗਾ ਜੀ, ਪੰਜਾਬ ਵਿੱਚ ਰੋਪੜ ਹੈ ਜੀ ਜੋ ਆਜ਼ਾਦੀ ਤੋਂ ਬਾਅਦ ਖੁਦਾਈ ਕੀਤਾ ਗਿਆ ਸੀ ਪਹਿਲਾ ਸਥਾਨ, ਰੋਪੜ ਰਾਈਟ ਆਨਸਰ ਹੋ ਜਾਏਗਾ। ਅੱਗੇ ਨੈਕਸਟ, ਮਲੂਹਾ ਸ਼ਬਦ ਦੀ ਵਰਤੋਂ ਸਿੱਧੂ ਘਾਟੀ ਸੱਭਿਅਤਾ ਦੇ ਲੋਕ ਕਿਸ ਲਈ ਕਰਦੇ ਸਨ? ਤਾਂ ਇਸਦਾ ਰਾਈਟ ਆਨਸਰ ਕੀ ਹੋਵੇਗਾ ਜੀ ਮਲੂਹਾ ਸ਼ਬਦ ਸੀ ਜੋ ਸਿੱਧੂ ਘਾਟੀ ਦੇ ਸੱਭਿਅਤਾ ਦੇ ਲੋਕ ਕਿਸ ਲਈ ਕਰਦੇ ਸਨ ਇਹ ਸ਼ਬਦ ਦੀ ਵਰਤੋਂ? ਤਾਂ ਇਸਦਾ ਰਾਈਟ ਆਨਸਰ ਹੋ ਜਾਏਗਾ ਜੀ ਆਪਣਾ ਬੀ ਹੋ ਜਾਏਗਾ ਵਪਾਰ ਲਈ ਇਸ ਸ਼ਬਦ ਦੀ ਵਰਤੋਂ ਕਰਦੇ ਸਨ ਜੀ, ਯਾਦ ਰੱਖਣਾ ਤੁਸੀਂ। ਤਾਂ ਅੱਗੇ ਨੈਕਸਟ ਹੈ ਜੀ, ਭੁਵਨੇਸ਼ਵਰ ਕਿਹੜੀ ਨਦੀ ਦੇ ਕੰਢੇ 'ਤੇ ਹੈ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਜੋ ਭੁਵਨੇਸ਼ਵਰ ਹੈ ਕਿਹੜੀ ਨਦੀ 'ਤੇ ਕੰਢੇ 'ਤੇ ਸਥਿਤ ਹੈ ਜੀ? ਤਾਂ ਇਹ ਹੈਗਾ ਜੀ ਆਪਣਾ ਬੀ ਹੋ ਜਾਏਗਾ ਜੀ ਮਹਾਨਦੀ। ਇਹ ਵੀ ਯਾਦ ਰੱਖਣਾ ਜੀ, ਮਹਾਨਦੀ ਦੇ ਕੰਢੇ 'ਤੇ ਸਥਿਤ ਹੈ ਜੀ ਭੁਵਨੇਸ਼ਵਰ। ਤਾਂ ਅੱਗੇ ਨੈਕਸਟ ਹੈ ਜੀ ਆਪਣਾ, ਜਮਸ਼ੇਦਪੁਰ ਕਿਹੜੀ ਨਦੀ ਦੇ ਕੰਢੇ 'ਤੇ ਹੈ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਜਮਸ਼ੇਦਪੁਰ ਆ ਜੋ ਕਿਸ ਨਦੀ ਦੇ ਕੰਢੇ 'ਤੇ ਹੈ ਜੀ? ਤਾਂ ਬੀ ਇਸ ਦਾ ਰਾਈਟ ਆਨਸਰ ਹੋਵੇਗਾ ਜੀ ਸਵਰਨ ਰੇਖਾ। ਇਹ ਵੀ ਯਾਦ ਰੱਖਣਾ ਹੈ ਤੁਸੀਂ, ਜੋ ਜਮਸ਼ੇਦਪੁਰ ਆ ਇਹ ਸਵਰਨ ਰੇਖਾ ਨਦੀ ਦੇ ਕੰਢੇ 'ਤੇ ਸਥਿਤ ਹੈ। ਤਾਂ ਅੱਗੇ ਨੈਕਸਟ ਕਰਾਂਗੇ, ਤੀਸਤਾ ਨਦੀ ਭਾਰਤ ਦੇ ਕਿਹੜੇ ਰਾਜ ਤੋਂ ਨਿਕਲਦੀ ਹੈ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਜੋ ਤੀਸਤਾ ਨਦੀ ਹੈ ਜੀ ਭਾਰਤ ਦੇ ਕਿਹੜੇ ਰਾਜ ਤੋਂ ਨਿਕਲਦੀ ਹੈ? ਤਾਂ ਇਹ ਹੋ ਜਾਏਗਾ ਜੀ ਅਰੁਣਾਚਲ ਪ੍ਰਦੇਸ਼, ਇੱਥੋਂ ਨਿਕਲਦੀ ਹੈ ਅਰੁਣਾਚਲ ਪ੍ਰਦੇਸ਼ ਤੋਂ, ਇਹ ਵੀ ਯਾਦ ਰੱਖਣਾ। ਤਾਂ ਅੱਗੇ ਨੈਕਸਟ, ਕਿਹੜੀ ਨਦੀ ਨੂੰ ਪੰਜਾਬ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ? ਇਹ ਬਹੁਤ ਇੰਪੋਰਟੈਂਟ ਹੈ ਜੀ, ਬਹੁਤ ਵਾਰ ਪੁੱਛਿਆ ਗਿਆ, ਤੁਸੀਂ ਯਾਦ ਰੱਖਣਾ ਜੀ ਕਿਹੜੀ ਨਦੀ ਨੂੰ ਪੰਜਾਬ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ? ਤਾਂ ਇਸਦਾ ਰਾਈਟ ਆਨਸਰ ਹੋ ਜਾਏਗਾ ਜੀ ਸਤਲੁਜ ਹੋ ਜਾਏਗਾ ਜੀ, ਯਾਦ ਰੱਖਣਾ ਜੀ ਸਤਲੁਜ ਇਸਦਾ ਰਾਈਟ ਆਨਸਰ ਹੋਵੇਗਾ। ਤਾਂ ਅੱਗੇ ਨੈਕਸਟ, ਗੈਰ ਸੋਪਾ ਝਰਨਾ ਕਿਸ ਨਦੀ 'ਤੇ ਹੈ? ਤਾਂ ਇਸਦਾ ਰਾਈਟ ਆਨਸਰ ਹੋਵੇਗਾ ਜੀ ਜੋ ਗੈਰ ਸੋਪਾ ਝਰਨਾ ਹੈ ਇਹ ਕਿਸ ਨਦੀ ਦੇ ਕੰਢੇ 'ਤੇ ਹੈ ਜੀ? ਤਾਂ ਡੀ ਇਸ ਦਾ ਹੋ ਜਾਏਗਾ ਜੀ ਸਹੀ ਆਨਸਰ ਸਰਾਵਤੀ। ਤਾਂ ਇਹ ਵੀ ਯਾਦ ਰੱਖਣਾ ਹੈ ਤੁਸੀਂ, ਡੀ ਸਰਾਵਤੀ ਇਸ ਦਾ ਰਾਈਟ ਆਨਸਰ ਹੋਵੇਗਾ। ਤਾਂ ਅੱਗੇ ਨੈਕਸਟ ਕਰਾਂਗੇ, ਭਾਰਤ ਵਿੱਚ ਸਿੰਚਾਈ ਸਭ ਤੋਂ ਵੱਧ ਕਿਹੜੇ ਰਾਜ ਵਿੱਚ ਹੁੰਦੀ ਹੈ?
ਤਾਂ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਇਸ ਕੁਐਸਚਨ ਦਾ ਸਹੀ ਆਨਸਰ ਦੇਣ ਲੱਗੇ ਬੱਚੇ ਬਹੁਤ ਜ਼ਿਆਦਾਤਰ ਗਲਤੀ ਕਰ ਦਿੰਦੇ ਨੇ ਜੀ। ਤਾਂ ਕਿਸ ਰਾਜ 'ਚ ਹੈ ਜੀ ਸਭ ਤੋਂ ਵੱਧ ਸਿੰਚਾਈ ਭਾਰਤ ਵਿੱਚ ਕਿਸ ਰਾਜ ਵਿੱਚ ਹੁੰਦੀ ਹੈ? ਤਾਂ ਜ਼ਿਆਦਾਤਰ ਬੱਚੇ ਜੋ ਪੰਜਾਬ ਲਗਾ ਦਿੰਦੇ ਆ, ਪਰ ਇਹ ਰਾਈਟ ਆਨਸਰ ਨਹੀਂ ਹੈ ਜੀ ਇਹਦਾ ਰਾਈਟ ਆਨਸਰ ਉੱਤਰ ਪ੍ਰਦੇਸ਼ ਹੋਵੇਗਾ ਜੀ। ਉੱਤਰ ਪ੍ਰਦੇਸ਼ ਵਿੱਚ ਜੋ ਸਭ ਤੋਂ ਵੱਧ ਸਿੰਚਾਈ ਕੀਤੀ ਜਾਂਦੀ ਹੈ, ਤਾਂ ਤੁਸੀਂ ਯਾਦ ਰੱਖਣਾ ਜੀ ਉੱਤਰ ਪ੍ਰਦੇਸ਼ ਇਸਦਾ ਰਾਈਟ ਆਨਸਰ ਹੋਵੇਗਾ। ਤਾਂ ਅੱਗੇ ਨੈਕਸਟ ਕਰਦੇ ਹਾਂ, ਦਮੋਦਰ ਨਦੀ ਪਰਿਯੋਜਨਾ ਨੂੰ ਕਿਸ ਨਦੀ ਪਰਿਯੋਜਨਾ ਦੇ ਅੰਤਰਗਤ ਲਾਗੂ ਕੀਤਾ ਗਿਆ ਹੈ? ਤਾਂ ਇਸਦਾ ਸਹੀ ਆਨਸਰ ਹੋਵੇਗਾ ਜੀ ਜੋ ਦਮੋਦਰ ਨਦੀ ਪਰਿਯੋਜਨਾ ਹੈ ਜੀ, ਇਸ ਨੂੰ ਕਿਸ ਨਦੀ ਪਰਿਯੋਜਨਾ ਦੇ ਅੰਤਰਗਤ ਲਾਗੂ ਕੀਤਾ ਗਿਆ? ਤਾਂ ਰਾਈਟ ਆਨਸਰ ਹੋਵੇਗਾ ਜੀ ਟੈਂਨਸੀ। ਇਹ ਵੀ ਯਾਦ ਰੱਖਣਾ ਜੀ ਤੁਸੀਂ, ਟੈਂਨਸੀ ਇਸਦਾ ਰਾਈਟ ਆਨਸਰ ਹੋਵੇਗਾ। ਤਾਂ ਅੱਗੇ ਨੈਕਸਟ, ਭਾਖੜਾ ਬੰਦ ਕਿਹੜੀ ਨਦੀ 'ਤੇ ਹੈ? ਤਾਂ ਜੋ ਭਾਖੜਾ ਬੰਦ ਹੈ ਕਿਹੜੀ ਨਦੀ ਦੇ ਵਿੱਚ 'ਤੇ ਬਣਿਆ ਹੋਇਆ ਜੀ ਇਹਦਾ ਰਾਈਟ ਆਨਸਰ ਹੋਵੇਗਾ ਜੀ ਬੀ ਹੋ ਜਾਏਗਾ ਜੀ। ਇਹ ਵੀ ਯਾਦ ਰੱਖਣਾ, ਸਤਲੁਜ ਨਦੀ ਦੇ ਉੱਪਰ ਬਣਿਆ ਹੋਇਆ ਜੀ ਭਾਖੜਾ ਬੰਦ ਹੈ ਜੋ ਭਾਖੜਾ, ਤਾਂ ਸਤਲੁਜ ਇਸ ਦਾ ਰਾਈਟ ਆਨਸਰ ਹੋਵੇਗਾ। ਤਾਂ ਅੱਗੇ ਨੈਕਸਟ ਕਰਦੇ ਹਾਂ ਜੀ, ਗੋਬਿੰਦ ਸਾਗਰ ਝੀਲ ਕਿਹੜੀ ਨਦੀ 'ਤੇ ਹੈ? ਤਾਂ ਜੋ ਗੋਬਿੰਦ ਸਾਗਰ ਝੀਲ ਹੈ ਜੀ ਇਹ ਕਿਹੜੀ ਨਦੀ 'ਤੇ ਹੈ ਜੀ? ਤਾਂ ਇਸ ਦਾ ਵੀ ਰਾਈਟ ਆਨਸਰ ਜੋ ਹੋਵੇਗਾ ਸਤਲੁਜ ਨਦੀ। ਇਹ ਵੀ ਤੁਸੀਂ ਯਾਦ ਰੱਖਣਾ, ਗੋਬਿੰਦ ਸਾਗਰ ਝੀਲ ਇਹ ਵੀ ਸਤਲੁਜ ਨਦੀ ਉੱਪਰ ਹੈ ਜੀ। ਤਾਂ ਅੱਗੇ ਨੈਕਸਟ ਕਰਦੇ ਹਾਂ, ਗੋਬਿੰਦ ਵੱਲਭ ਪੰਥ ਸਾਗਰ ਝੀਲ ਕਿਹੜੀ ਨਦੀ 'ਤੇ ਹੈ? ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਜੀ ਜੋ ਗੋਬਿੰਦ ਵੱਲਭ ਪੰਥ ਸਾਗਰ ਝੀਲ ਹੈ ਜੀ ਇਹ ਰਿਹੰਦ ਨਦੀ 'ਤੇ ਸਥਿਤ ਹੈ। ਇਹ ਵੀ ਤੁਸੀਂ ਯਾਦ ਰੱਖਣਾ, ਸੀ ਇਸ ਦਾ ਰਾਈਟ ਆਨਸਰ ਹੋਵੇਗਾ। ਤਾਂ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵਿਦਿਆਰਥੀਆਂ ਨੇ ਹਜੇ ਤੱਕ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਾਰਿਆਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਘੰਟੀ ਵਾਲੇ ਬਟਨ ਨੂੰ ਵੀ ਜ਼ਰੂਰ ਦਬਾ ਲੈਣ, ਤਾਂ ਕਿ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਤਾਂ ਧੰਨਵਾਦ ਜੀ।